ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ। ਨਗਰ ਦੁੱਲੇਵਾਲਾ ਦੇ ਰਹਿਣ ਵਾਲੇ ਇਸ ਪ੍ਰੇਮੀ ਦਾ ਨਾਮ ਸਰਦਾਰਾ ਸਿੰਘ ਸੀ। ਉਮਰ ਤਕਰੀਬਨ 50 ਸਾਲ ਹੋਵੇਗੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ। ਬਚਨ ਅਨੁਸਾਰ ਇਸ ਦਾ ਜਨਮ ਨਾਨਕੇ ਘਰ ਫਰਵਾਲੀ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਪਿਤਾ ਦਾ ਨਾਮ ਧਿਆਨ ਸਿੰਘ ਅਤੇ ਮਾਤਾ ਬੀਬੀ ਚੰਦ ਕੌਰ ਸੀ। ਕੰਮ ਖੇਤੀਬਾੜੀ ਦਾ ਮਿਹਨਤ ਨਾਲ ਕਰਦੇ ਸਨ। ਆਪ ਜੀ ਦੀ ਸ਼ਾਦੀ ਬੀਬੀ ਜੀਵੀ ਨਾਲ ਹੋਈ। ਘਰ ਵਿੱਚ ਵਾਹਿਗੁਰੂ ਨੇ 3 ਪੁੱਤਰ ਵੀ ਬਖਸ਼ੇ। ਸਰਦਾਰ ਝੰਡਾ ਸਿੰਘ, ਬਹਾਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਸਨ। ਘਰ ਵਿੱਚ ਸਾਰੇ ਪਦਾਰਥ ਪੁੱਤਰ ਆਗਿਆਕਾਰ। ਫਿਰ ਬਾਬਾ ਜੀ ਦੀ ਸੇਵਾ ਪ੍ਰਾਪਤ ਹੋ ਗਈ ਅਤੇ ਤਨ ਮਨ ਧਨ ਨਾਲ ਸੇਵਾ ਕੀਤੀ। ਹਰ ਪੂਰਨਮਾਸ਼ੀ ਨੂੰ ਪਿੰਡ ਦੁੱਲੇਵਾਲਾ ਤੋਂ ਦੁੱਧ, ਆਟਾ ਅਤੇ ਦਾਲ ਆਪਣੇ ਸਿਰ ਉੱਪਰ ਚੁੱਕ ਕੇ ਲੈ ਆਉਂਦੇ ਸਨ। ਫਿਰ 3 ਦਿਨ ਲਗਾਤਾਰ ਰਹਿ ਕੇ ਅਤੇ ਅੰਤ ਸੇਵਾ ਕਰਨੀ। ਪਿੰਡ ਦੇ ਲੋਕਾਂ ਨੇ ਕਹਿਣਾ, ਸਰਦਾਰਾ ਸਿਆਂ, ਉਹ ਜੋ ਕੁਝ ਤੂੰ ਇੱਥੋਂ ਲੈ ਕੇ ਪੁੱਛੋ ਜਾਂਦਾ ਹੈ, ਕੀ ਇਹ ਕੁਝ ਉੱਥੇ ਨਹੀਂ ਹੈ? ਪਰੰਤੂ ਸਰਦਾਰਾ ਸਿੰਘ ਨੇ ਸਭ ਦੀ ਗੱਲ ਅਣਸੁਣੀ ਕਰ ਦੇਣੀ ਅਤੇ ਸੇਵਾ ਨਹੀਂ ਛੱਡੀ। ਸਰਦਾਰਾ ਸਿੰਘ ਦਾ ਭਾਈ ਭਾਗ ਸਿੰਘ ਸੀ। ਉਸਨੇ ਵੀ ਸਰਦਾਰਾ ਸਿੰਘ ਨੂੰ ਰੋਕਣਾ ਕਿ ਤੂੰ ਉੱਥੇ ਲੈਣ ਕੀ ਜਾਂਦਾ ਹੈ, ਨਾਲੇ ਘਰ ਦਾ ਕੰਮ ਛੱਡਦਾ ਹੈ। ਉਪਰੰਤ ਸਰਦਾਰਾ ਸਿੰਘ ਨੇ ਆਪਣੇ ਭਰਾ ਭਾਗ ਸਿੰਘ ਨੂੰ ਕਿਹਾ ਕਿ ਵੀਰ, ਤੂੰ ਇੱਕ ਵਾਰ ਮੇਰੇ ਨਾਲ ਤਾਂ ਚੱਲ, ਤੈਨੂੰ ਪਤਾ ਲੱਗੇਗਾ ਕਿ ਉਹ ਕੀ ਹਨ। ਇਹ ਬਚਨ ਸੁਣ ਕੇ ਅਤੇ ਇਸ ਦਾ ਨਿਸ਼ਚਾ ਵੇਖ ਕੇ ਭਾਗ ਸਿੰਘ ਵੀ ਇੱਕ ਪੂਰਨਮਾਸ਼ੀ ਉੱਤੇ ਸਰਦਾਰਾ ਸਿੰਘ ਦੇ ਨਾਲ ਹੀ ਗਿਆ। ਜਦੋਂ ਭਾਗ ਸਿੰਘ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ ਵਾਲੀ ਗੱਲ ਪ੍ਰਤੱਖ ਹੋ ਗਈ। ਨਿਹਾਲ ਹੋ ਗਿਆ। ਭਾਗ ਸਿੰਘ ਨੇ ਕਿਹਾ, ਸਰਦਾਰਾ ਸਿੰਘ, ਮੈਂ ਤੈਨੂੰ ਰੁਕ ਕੇ ਗਲਤੀ ਕਰਦਾ ਸੀ। ਤੂੰ ਠੀਕ ਹੈ। ਅੱਗੇ ਵਾਸਤੇ ਮੈਨੂੰ ਵੀ ਨਾਲ ਲੈ ਕੇ ਆਇਆ ਕਰੀ। ਇਹ ਤਾਂ ਸੱਚੇ ਗੁਰੂ ਦਾ ਘਰ ਹੈ। ਉਪਰੰਤ ਸਰਦਾਰਾ ਸਿੰਘ ਦੇ ਨਾਲ ਭਾਗ ਸਿੰਘ ਵੀ ਸੇਵਾ ਵਿੱਚ ਲੱਗ ਪਿਆ, ਜੋ ਅੰਤ ਤੱਕ ਨਾਲ ਨਿਭਿਆ। ਦੋਹਾਂ ਭਾਈਆਂ ਨੇ ਅਤੁੱਟ ਸੇਵਾ ਕੀਤੀ। ਇਸ ਸਰਦਾਰਾ ਸਿੰਘ ਨੇ ਆਪਣੇ ਨਗਰ ਦੁੱਲੇਵਾਲਾ ਤੋਂ ਚੱਲਣ ਸਮੇਂ ਅਰਦਾਸ ਕੀਤੀ। ਰਾਜਸਥਾਨ ਵਿੱਚ ਇੱਕ ਨਵਾਂ ਚੱਕ ਆਬਾਦ ਹੋ ਗਿਆ ਸੀ, ਉੱਥੇ ਪਹੁੰਚਣਾ ਸੀ ਅਤੇ ਪਿੰਡੋਂ ਤੁਰ ਪਏ। ਗੱਜ ਸਿੰਘਪੁਰੇ ਨੂੰ ਚੱਲ ਪਏ। ਆਪਣਾ ਮਾਲ ਡੰਗਰ ਵੀ ਨਾਲ ਹੀ ਲਈ ਜਾ ਰਹੇ ਸਨ। ਰਸਤੇ ਵਿੱਚ ਇੱਕ ਢਾਬ ਚੂਨੇ ਵੱਲ ਆਈ। ਉੱਥੇ ਆਪ ਤਾਂ ਇਸ਼ਨਾਨ ਕਰਨ ਲੱਗ ਪਏ ਅਤੇ ਪਸ਼ੂ ਡੰਗਰ ਅੱਗੇ ਤੋਰ ਦਿੱਤੇ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਛਤਰੀ ਤਾਣ ਕੇ ਕਛਹਿਰਾ ਸੁਕਾਉਂਦੇ ਤੁਰੇ ਜਾ ਰਹੇ ਸੀ। ਮੰਨੇ ਕੀ ਗਤ ਕਹੀ ਨਾ ਜਾਏ, ਪਾਠ ਕਰਨ ਸਮੇਂ ਉਹਨਾਂ ਦੀ ਗੋਡੀ ਲੱਗ ਗਈ। ਕੋਲ ਉਸ ਵੇਲੇ ਬਾਗੜੀਏ ਹੀ ਸਨ। ਉਹਨਾਂ ਨੇ ਸਰਦਾਰਾ ਸਿੰਘ ਨੂੰ ਸੰਭਾਲਿਆ ਤੇ ਅੱਗੇ ਜਾ ਰਹੇ ਪਰਿਵਾਰ ਨੂੰ ਖਬਰ ਕੀਤੀ ਕਿ ਤੁਹਾਡੇ ਨਾਲ ਦਾ ਸਿੱਖ ਚਲਾਣਾ ਕਰ ਗਿਆ ਹੈ। ਫਿਰ ਪਰਿਵਾਰ ਵੀ ਉੱਥੇ ਮੁੜ ਕੇ ਆ ਗਿਆ। ਉੱਥੇ ਉਹਨਾਂ ਨੇ ਲੱਕੜੀਆਂ ਲੈ ਕੇ ਇਸ਼ਨਾਨ ਕਰਾ ਕੇ ਅੰਤਿਮ ਸੰਸਕਾਰ ਕੀਤਾ। ਸਰੀਰ ਛੱਡਣ ਸਮੇਂ ਬਾਰਿਸ਼ ਵੀ ਹੋਈ, ਜੋ ਕਿ ਕਾਫੀ ਸਮੇਂ ਤੋਂ ਨਹੀਂ ਸੀ ਹੋਈ। ਉਪਰੰਤ ਬਾਗੜੀਆਂ ਨੇ ਹੀ ਇਸ ਦੀ ਸਮਾਧ ਵੀ ਬਣਾ ਦਿੱਤੀ, ਜੋ ਅੱਜ ਤੱਕ ਕਾਇਮ ਹੈ ਅਤੇ ਲੋਕਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਹਨ। ਇਸ ਸਰਦਾਰਾ ਸਿੰਘ ਦੀ ਇੱਕ ਪੋਤਰੀ ਪੱਤੋ ਹੀਰਾ ਸਿੰਘ ਵਿਆਹੀ ਹੋਈ ਹੈ। ਉਹ ਸਾਰਾ ਪਰਿਵਾਰ ਹੀ ਹਜ਼ੂਰ ਦੇ ਘਰ ਦਾ ਸੇਵਕ ਹੈ। ਹੁਣ ਤੱਕ ਸੇਵਾ ਕਰ ਰਿਹਾ ਹੈ ਅਤੇ ਪੁੱਛੋ ਹਾਜ਼ਰੀ ਭਰਦੇ ਹਨ। ਜਿਵੇਂ ਕਾਗਜ਼ ਅਤੇ ਲੂਣ ਪਾਣੀ ਵਿੱਚ ਠਹਿਰ ਨਹੀਂ ਸਕਦੇ ਤੇ ਗਲ ਜਾਂਦੇ ਹਨ, ਪਰ ਜੇ ਘਿਓ ਅਤੇ ਲੂਣ ਮਿਲਾ ਕੇ ਕਾਗਜ਼ ਪਾਣੀ ਵਿੱਚ ਛੱਡੀਏ ਤਾਂ ਕੁਝ ਰਹਿ ਸਕਦੇ ਹਨ। ਕਾਗਦ ਲੂਣ ਰਹਿ ਕ੍ਰਿਤ ਸੰਗੇ, ਪਾਣੀ ਕਮਲ ਰਹਿ।
ऐसे भगत मिलहे जन नानक, तिन जम क्या करे। नानक दास मुख ते जो बोले, ਈਹਾਂ ਊਹਾਂ ਸੱਚ ਹੋਵੇ। ਪਿੰਡ ਨਥਾਣੇ ਦੇ ਰਹਿਣ ਵਾਲਾ ਰਾਜਾ ਸਿੱਖ ਬਾਬਾ ਜੀ ਦੇ ਦਰਸ਼ਨ ਕਰਨ ਆਇਆ। ਮਨ ਵਿੱਚ ਪੁੱਤਰ ਦੀ ਇੱਛਾ ਸੀ। ਹਜ਼ੂਰ ਟਿੱਲੇ ਉੱਪਰ ਬੈਠੇ ਰੱਬੀ ਰੰਗ ਵਿੱਚ ਮਸਤ ਬਚਨ ਕਰ ਰਹੇ ਸਨ। ਬਾਜਾਂ ਨਾਲ ਬਟੇਰੀ ਖਹਿੰਦੀ ਫਿਰਦੀ ਖੰਭ ਖਹਾਉਣ ਨੂੰ, ਤੇ ਉਸਨੇ ਵੀ ਜਾ ਨਮਸਕਾਰ ਕੀਤੀ। ਮੱਥਾ ਟੇਕਣ ਅਨੁਸਾਰ ਉਸਨੇ ਆਪਣੇ ਆਪ ਨੂੰ ਹੱਥ ਲਾ ਕੇ ਕਿਹਾ, ਜੇ ਇਹ ਬਟੇਰੀ ਬਾਜ ਦੇ ਕੰਮ ਆ ਜਾਏ ਤਾਂ ਮੇਰਾ ਆਉਣਾ ਸਫਲ ਹੋ ਜਾਏ। ਤੇ ਉਸ ਤੋਂ ਉਪਰੰਤ ਬਾਬਾ ਜੀ ਨੇ ਬਚਨ ਕਹਿਣ ਤੋਂ ਬਾਅਦ ਬਾਬਾ ਜੀ ਦੇ ਹੱਥ ਵਿੱਚ ਇੱਕ ਚਾਂਦੀ ਦਾ ਰੁਪਇਆ ਸੀ। ਬਾਬਾ ਜੀ ਨੇ ਰੁਪਇਆ ਵਗਾ ਕੇ ਮਾਰਿਆ। ਉਹ ਰੁੜਦਾ ਰੁੜਦਾ ਟਿੱਲੇ ਤੋਂ ਥੱਲੇ ਆ ਗਿਆ ਤੇ ਬਾਬਾ ਜੀ ਨੇ ਬਚਨ ਕੀਤਾ, ਭੱਜ ਕੇ ਰੁਪਇਆ ਚੁੱਕ ਲਿਆ। ਜਾ ਵੇਖਿਆ ਤਾਂ ਰੁਪਇਆ ਇੱਕ ਹੀ ਸੀ। ਮਨ ਵਿੱਚ ਖਿਆਲ ਆਇਆ ਕਿ ਚਾਹੀਦੇ ਤਾਂ 2 ਰੁਪਏ ਸਨ, ਇੱਕ ਹੀ ਹੈ। ਜੇ 2 ਹੋ ਜਾਂਦੇ ਤਾਂ ਜੋੜੀ ਬਣ ਜਾਂਦੀ। ਇਸ ਖਿਆਲ ਨਾਲ ਮੁੜ ਕੇ ਫਿਰ ਟਿੱਲੇ ਉੱਪਰ ਆ ਗਿਆ ਤੇ ਆਪਣੇ ਮਨ ਦੀ ਮੰਗ ਦੱਸੀ ਤੇ ਬਾਬਾ ਜੀ ਨੇ ਬਚਨ ਕੀਤਾ, ਇੱਕੋ ਹੀ ਬਹੁਤ ਹੈ, ਦੂਜਾ ਕੀ ਕਰਨਾ। ਉਸਨੇ ਦੁਬਾਰਾ ਫਿਰ ਬੇਨਤੀ ਕੀਤੀ, ਜੀ ਨਹੀਂ, 2 ਦੇ ਦਿਓ। ਬਾਬਾ ਜੀ ਨੇ ਫਿਰ ਬਚਨ ਕੀਤਾ, ਜਿਹੜਾ ਤੈਨੂੰ ਇੱਕ ਦਿੱਤਾ ਬੜਾ ਨੇਕ ਪੁਰਸ਼ ਹੈ। ਜੇ ਉਹ ਦੂਜਾ ਆ ਗਿਆ ਤਾਂ ਤੈਨੂੰ ਠਾਣਿਆਂ ਵਿੱਚ ਹੀ ਰੱਖੂਗਾ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਮਹਾਰਾਜ ਕਿਰਪਾ ਕਰ ਦਿਓ, ਪੁੱਤ ਫਿਰ ਵੀ ਪੁੱਤ ਹੀ ਹੁੰਦਾ ਹੈ। ਉਪਰੰਤ ਹੁਕਮ ਹੋਇਆ, ਚੰਗਾ ਫਿਰ ਜਾ, ਉਹ ਵੀ ਆ ਜਾਏਗਾ। ਕੁਝ ਸਮੇਂ ਬਾਅਦ ਇਸ ਦੇ 2 ਪੁੱਤਰ ਹੋਏ। ਜਦੋਂ ਵੱਡੇ ਹੋ ਗਏ ਤਾਂ ਹੁਕਮ ਅਨੁਸਾਰ ਉਹਨਾਂ ਦੇ ਕਰਤੱਵ ਵੀ ਸਾਹਮਣੇ ਆਉਣ ਲੱਗੇ। ਛੋਟੇ ਨੂੰ ਤਾਂ ਹਰ ਵੇਲੇ ਪੁਲਿਸ ਹੀ ਭਾਲਦੀ ਫਿਰਦੀ ਰਿਹਾ ਕਰੇ। ਇੱਕ ਵਾਰ ਅਫਸਰ ਨੇ ਪੁੱਛਿਆ ਕਿ ਇਸ ਦੇ 2 ਪੁੱਤਰ ਹਨ, ਇੱਕ ਚੰਗਾ ਤੇ ਇੱਕ ਬੁਰਾ ਕਿਉਂ ਹੈ? ਤੇ ਨਗਰ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਰੂਮੀ ਵਾਲੇ ਸੰਤਾਂ ਦੀ ਕਿਰਪਾ ਹੋਈ ਹੈ, ਜੋ ਵੀ ਹੋਈ ਹੈ। ਤੇ ਉਹਨਾਂ ਦੇ ਬਾਪ ਨੇ ਵੀ ਇਹੋ ਗੱਲ ਦੀ ਤਸਦੀਕ ਕੀਤੀ। ਉਪਰੰਤ ਉਹ ਅਫਸਰ ਵੀ ਇੱਥੇ ਦਰਸ਼ਨ ਕਰਨ ਆਇਆ। ਬਾਬਾ ਜੀ ਨੇ ਪੁੱਛਿਆ ਕਿ ਦਰਸ਼ਨ ਕਰਨੇ ਹਨ ਕਿ ਪ੍ਰਸ਼ਨ? ਉਸਨੇ ਬੇਨਤੀ ਕੀਤੀ, ਜੀ ਪ੍ਰਸ਼ਨ ਵੀ ਹੈ। ਤਾਂ ਬਚਨ ਹੋਇਆ, ਕੀ ਪ੍ਰਸ਼ਨ ਹੈ? ਤਾਂ ਉਸਨੇ ਨਥਾਣੇ ਵਾਲੇ ਸਿੱਖ ਦੀ ਵਾਰਤਾ ਪੁੱਛੀ। ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਤਰ੍ਹਾਂ ਹੀ ਹੈ। ਉਸਨੇ ਬੇਨਤੀ ਕੀਤੀ, ਜੀ ਮਹਾਰਾਜ, ਉਹ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ? ਤਾਂ ਬਾਬਾ ਜੀ ਨੇ ਬਚਨ ਕੀਤਾ, ਉਹ ਇਸ ਤਰ੍ਹਾਂ ਹੀ ਰਹੇਗਾ, ਤੂੰ ਹੋਰ ਗੱਲ ਦੱਸ, ਨਹੀਂ ਫਿਰ ਆਗਿਆ। ਉਪਰੰਤ ਉਹ ਅਫਸਰ ਚਲਾ ਗਿਆ।